ਮਾਨਸਿਕ ਤਣਾਅ 'ਚ ਕਿਉਂ ਰਹਿਣਾ ਪੈਂਦਾ ਜਾਂ ਕਿਉਂ ਟੈਨਸ਼ਨ ਆਉਂਦੀਆਂ ਨੇ, ਇਦਾਂ ਦੀਆਂ ਗੱਲਾਂ ਬਾਤਾਂ ਕਰਨ ਲਈ ਸਾਡੇ ਨਾਲ ਅੱਜ ਡਾਕਟਰ ਪਨੀਤ ਕਥੂਰੀਆ ਜੀ ਮੌਜੂਦ ਨੇ। ਪਰੇਸ਼ਾਨੀਆਂ ਦੇ ਕਾਰਨ ਬਹੁਤ ਜ਼ਿਆਦਾ ਨੇ ਤਾਂ ਜੋ ਮੈਂ ਸਮਝਦਾ ਆਪਣੇ ਤਜਰਬੇ ਨਾਲ ਲੋਕਾਂ ਨਾਲ ਗੱਲ ਕਰਕੇ ਕਿ ਬੰਦਾ ਆਪ ਆਪਣੀ ਪਰੇਸ਼ਾਨੀ ਨੂੰ ਹੀ ਜਨਮ ਦੇ ਰਿਹਾ ਹੈਗਾ, ਆਪ ਹੀ ਉਹ ਜਨਮਦਾਤਾ ਹੈ ਆਪਣੇ ਸਟ੍ਰੈਸ ਦਾ, ਆਪਣੀ ਪਰੇਸ਼ਾਨੀ ਦਾ। ਤਾਂ ਜੇ ਉਹ ਆਪ ਚਾਹੇ ਤਾਂ ਇਹਨਾਂ ਨਾਲ ਲੜ ਸਕਦਾ। ਡਾਕਟਰ ਸਾਹਿਬ, ਜਿਵੇਂ ਤੁਸੀਂ ਕਹਿੰਦੇ ਵੀ ਆਪ ਜ਼ਿਆਦਾਤਰ ਜ਼ਿੰਮੇਵਾਰ ਨੇ ਲੋਕ, ਤੇ ਇਹਦਾ ਕਾਰਨ ਕੀ ਆ ਤੇ ਇਹਨਾਂ ਦੇ ਲੱਛਣ ਕੀ ਨੇ ਤੇ ਇਹਨਾਂ ਦੇ ਇਲਾਜ ਕੀ ਨੇ, ਮਤਲਬ ਕਿਹੜੀਆਂ ਇਹਨਾਂ ਦੀਆਂ ਨਿਸ਼ਾਨੀਆਂ ਨੇ? ਸਭ ਤੋਂ ਵੱਡੀ ਪ੍ਰੋਬਲਮ ਇਹ ਆਉਂਦੀ ਹੈ ਕਿ ਅਸੀਂ ਉਸ ਸਰਕਲ ਦੇ ਵਿੱਚ ਕਿਸੇ ਇੱਕ ਬਿੰਦੂ ਤੇ ਜ਼ਰੂਰਤ ਤੋਂ ਜ਼ਿਆਦਾ ਪ੍ਰਕਾਸ਼ ਪਾ ਦਿੰਦੇ। ਜਿਵੇਂ ਕਿ ਕੋਈ ਪੈਸੇ ਨੂੰ ਲੈ ਕੇ ਹੀ ਉਹਦੇ ਮਗਰ ਭੱਜਦਾ ਰਹਿੰਦਾ, ਕੋਈ ਅਹੁਦੇ ਨੂੰ ਲੈ ਕੇ ਉਹਦੇ ਮਗਰ ਭੱਜਦਾ ਰਹਿੰਦਾ। ਪਹਿਲਾਂ ਤਾਂ ਜ਼ਿਲ੍ਹੇ 'ਚ ਇੱਕ ਵੋਮਨ ਸੈੱਲ ਹੁੰਦਾ ਸੀ, ਅੱਜ ਦੀ ਘੜੀ ਤਾਂ ਥਾਣਿਆਂ ਦੇ ਵਿੱਚ ਵੋਮਨ ਸੈੱਲ ਹੋ ਗਏ। ਜ਼ਿਆਦਾਤਰ ਸੈਕਸ ਦੀ ਜਿਵੇਂ ਮਤਲਬ ਮੇਨ ਗੱਲ ਤਾਂ ਇਹ ਹੁੰਦੀ ਹੈ, ਪਰ ਬਾਅਦ ਵਿੱਚ ਕੋਈ ਦਾਜ ਦਾ ਕੋਈ ਕਿਵੇਂ ਤਰ੍ਹਾਂ ਦੇ ਇਲਜ਼ਾਮ। ਤੇ ਆਪ ਜੀ ਇਦਾਂ ਦਾ ਵੀ ਇਲਾਜ ਜ਼ਰੂਰ ਕਰਦੇ ਹੋਵੇਂਗੇ, ਉਹ ਪਤਾ ਲੱਗਿਆ। ਮੇਨ ਚੀਜ਼ ਹੈ ਕਿ ਜੇ ਸੈਕਸ਼ੂਅਲ ਅਵੇਅਰਨੈਸ ਕੀਤੀ ਜਾਏ, ਇਸ ਬਾਰੇ ਲੋਕਾਂ ਨਾਲ ਗੱਲ ਕੀਤੀ ਜਾਏ ਤਾਂ ਜੋ ਅਸੀਂ ਟ੍ਰੀਟਮੈਂਟ ਵੀ ਦਿੰਦੇ ਹਾਂ, ਦਵਾਈਆਂ ਵੀ ਹੈਗੀਆਂ, ਟ੍ਰੀਟਮੈਂਟ ਵੀ ਹੈ, ਥੈਰੇਪੀ ਵੀ ਹੈ, ਉਹਨੂੰ ਸਮਝਾਉਂਦੇ ਵੀ ਹੈ, ਕਾਉਂਸਲਿੰਗ ਵੀ ਹੈ, ਸਾਡੇ ਕੋਲ ਫੀਮੇਲ ਕਾਉਂਸਲਰ ਵੀ ਹੈਗੇ, ਉਹਦੇ ਨਾਲ ਫਿਰ ਇਹ ਚੀਜ਼ਾਂ ਕਾਫੀ ਹੱਦ ਤੱਕ ਹੱਲ ਹੋ ਸਕਦੀਆਂ। ਪੁਰਾਣੇ ਜ਼ਮਾਨੇ 'ਚ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਹਰ ਚੀਜ਼ ਨੂੰ ਇੱਕ ਜਿੰਨੀ ਕਿ ਲੋੜ ਮੁਤਾਬਕ ਉਸ ਚੀਜ਼ ਨੂੰ ਇੱਕ ਤਰਜੀਹ ਦੇਣੀ ਹੈ ਉਹ ਦਿੰਦੇ ਸੀ। ਇਹਨਾਂ ਦਾ ਪਰੇਸ਼ਾਨੀਆਂ ਦੇ ਇਲਾਜ ਲਈ ਕੀ ਕਰਨਾ ਜ਼ਰੂਰੀ ਹੈ, ਜਾਂ ਇਹਨਾਂ ਤੋਂ ਬਚਣ ਲਈ ਕੀ ਜ਼ਰੂਰੀ ਹੈ, ਜਾਂ ਇਹਨਾਂ ਦੀਆਂ ਲੱਛਣ ਕੀ ਨੇ, ਨਿਸ਼ਾਨੀਆਂ? ਹੋਰ ਦੇਖੋ, ਸਭ ਤੋਂ ਪਹਿਲਾਂ ਜਿਵੇਂ ਇਹਦੇ ਆਪਾਂ ਲੱਛਣ ਦੀ ਗੱਲ ਕਰੀਏ, ਨਿਸ਼ਾਨੀਆਂ, ਤਾਂ ਕੀ ਹੋਊਗਾ ਕਿ ਬੰਦਾ 24 ਘੰਟੇ ਟੈਨਸ਼ਨ 'ਚ ਰਹੇਗਾ, ਦੁਖੀ ਰਹੇਗਾ, ਉਦਾਸ ਰਹੇਗਾ, ਉਹਦੇ ਮਨ ਦੇ ਅੰਦਰ ਨਕਾਰਾਤਮਕ ਚੀਜ਼ਾਂ ਆਉਣਗੀਆਂ। ਇਹ ਤੋਂ ਬਚਣ ਲਈ ਜਾਂ ਤਾਂ ਤੁਸੀਂ ਪਹਿਲਾਂ ਆਪਣੇ ਪਰਿਵਾਰ ਦੇ ਵੱਡੇ ਬਜ਼ੁਰਗਾਂ ਦੀ ਸਲਾਹ ਲਓ, ਗੁਰੂਆਂ ਦੀ ਸਲਾਹ ਲਓ, ਧਰਮ ਦਾ ਸਹਾਰਾ ਲਓ, ਸਪਿਰਿਚੁਅਲਿਟੀ ਦਾ ਸਹਾਰਾ ਲਓ। ਡਾਕਟਰੀ ਇਲਾਜ ਵੀ ਜ਼ਰੂਰੀ ਹੋ ਜਾਂਦਾ ਹੈ। ਕਈ ਵਾਰੀ ਤਕਲੀਫਾਂ ਇੰਨੀਆਂ ਵੱਧ ਜਾਂਦੀਆਂ, ਲੱਛਣ ਇੰਨੇ ਜ਼ਿਆਦਾ ਹੋ ਜਾਂਦੇ ਨੇ ਕਿ ਬੰਦੇ ਦਾ ਬਿਲਕੁਲ ਹੀ ਉਹਦਾ ਦਿਨਚਰਿਆ ਹੀ ਖਤਮ ਹੋ ਜਾਂਦੀ ਹੈ, ਕੋਈ ਕੰਮ ਨਹੀਂ ਕਰ ਪਾਉਂਦਾ। ਜਵਾਨ ਪੀੜ੍ਹੀ ਦੇ ਅੰਦਰ ਇੱਕ ਪ੍ਰਵਿਰਤੀ ਹੋ ਗਈ ਹੈ ਵਿਹਲੇ ਰਹਿਣ ਦੀ ਕਿ ਉਹ ਡੈਡੀ ਕੋਲ ਬਥੇਰਾ ਪੈਸਾ ਹੈ, ਸਾਡੀਆਂ ਤੇ ਜ਼ਮੀਨਾਂ ਨੇ। ਆਹ ਜਿਹੜੀ ਇੱਕ ਮਨ ਦੇ ਅੰਦਰ ਜਵਾਨ ਪੀੜ੍ਹੀ ਦੀ ਮੈਂ ਦੇਖਦਾ ਬਹੁਤ ਜ਼ਿਆਦਾ ਇੱਕ ਵਿਚਾਰ ਆ ਗਿਆ ਹੈ, ਉਹਦਾ ਬਹੁਤ ਨੁਕਸਾਨ ਸਾਰੇ ਸਮਾਜ ਨੂੰ ਦੇਖਣਾ ਪੈ ਰਿਹਾ ਹੈ। ਕਿਉਂ? ਜ਼ਮੀਨਾਂ ਵਿਕ ਰਹੀਆਂ ਨੇ, ਲੋਕੀ ਬਾਹਰ ਜਾ ਰਹੇ ਨੇ, ਇੱਥੇ ਕੰਮ ਖਤਮ ਹੋ ਰਹੇ ਨੇ। ਕਿਉਂ ਹੋ ਰਹੇ ਨੇ? ਕਿਉਂਕਿ ਜਵਾਨ ਪੀੜ੍ਹੀ ਸਾਡੀ ਕੰਮ ਦੇ ਵੱਲ ਰੁਖ ਨਹੀਂ ਕਰ ਰਹੀ ਹੈ। ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਾਂ ਕਿਸੇ ਨੂੰ ਵੀ ਛੇੜ ਲਈਏ, ਕਿਸੇ ਨਾਲ ਵੀ ਗੱਲ ਕਰ ਲਈ, ਹਰ ਇੱਕ ਬੰਦਾ ਕਹਿੰਦਾ ਯਾਰ ਮੈਂ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਹਾਂ, ਜਾਂ ਕਿਸੇ ਦੀ ਗੱਲ ਸੁਣੀ ਹਰ ਇੱਕ ਬੰਦਾ ਕਹਿੰਦਾ ਵੀ ਯਾਰ ਉਹ ਤਾਂ ਬਹੁਤ ਮਾਨਸਿਕ ਤਣਾਅ ਵਿੱਚ ਰਹਿੰਦਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਕਹੇ ਕਿ ਸੀ ਨਾਨਕ ਦੁਖੀਆ ਸਭ ਸੰਸਾਰ। ਬਹੁਤ ਸਾਲ ਪਹਿਲਾਂ ਕਈਆਂ ਹੋਈਆਂ ਗੱਲਾਂ ਅੱਜ ਸੱਚ ਹੋ ਰਹੀਆਂ ਨੇ। ਤੇ ਮਾਨਸਿਕ ਤਣਾਅ 'ਚ ਕਿਉਂ ਰਹਿਣਾ ਪੈਂਦਾ ਜਾਂ ਕਿਉਂ ਟੈਨਸ਼ਨ ਆਉਂਦੀਆਂ ਨੇ, ਇਦਾਂ ਦੀਆਂ ਗੱਲਾਂ ਬਾਤਾਂ ਕਰਨ ਲਈ ਸਾਡੇ ਨਾਲ ਅੱਜ ਡਾਕਟਰ ਪਨੀਤ ਕਥੂਰੀਆ ਜੀ ਮੌਜੂਦ ਨੇ। ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ। ਡਾਕਟਰ ਸਾਹਿਬ ਜੀ, ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਜੀ। ਡਾਕਟਰ ਸਾਹਿਬ, ਜਿਹੜੀਆਂ ਗੱਲਾਂ ਕਰੀਆਂ ਨੇ, ਤੇ ਪਹਿਲਾਂ ਤਾਂ ਆਪਾਂ ਸ਼ੁਰੂਆਤ ਇੱਥੋਂ ਹੀ ਕਰੀਏ ਵੀ ਆਪ ਜੀ ਦਾ ਮਲੇਰਕੋਟਲਾ ਦੇ ਵਿੱਚ ਆਉਣਾ ਹੀ ਕਿਉਂ? ਮੈਂ 15 ਸਾਲਾਂ ਤੋਂ ਮਲੇਰਕੋਟਲਾ ਦੇ ਵਿੱਚ ਪ੍ਰੇਮ ਨਿਊਰੋ ਸਾਈਕੈਟਰੀ ਸੈਂਟਰ ਨਾਮ ਦਾ ਹਸਪਤਾਲ ਚਲਾ ਰਿਹਾ ਹਾਂ। ਬਤੌਰ ਸਾਈਕੈਟਰਿਸਟ ਮਾਨਸਿਕ ਰੋਗਾਂ ਦਾ ਇਲਾਜ ਕਰ ਰਿਹਾ ਹਾਂ। ਤੁਹਾਡੀ ਗੱਲ ਬਿਲਕੁਲ ਸਹੀ ਹੈ। ਜਿਹਨੂੰ ਮਰਜ਼ੀ ਅੱਜ ਗੱਲ ਕਰ ਲਓ, ਜਿਹਦੇ ਨਾਲ ਮਰਜ਼ੀ ਛੇੜ ਲਓ, ਹਰ ਬੰਦਾ ਇਹ ਗੱਲ ਕਹਿੰਦਾ ਹੈ ਕਿ ਮੈਂ ਟੈਨਸ਼ਨ 'ਚ ਹੈ, ਮੈਂ ਸਟ੍ਰੈਸ 'ਚ ਹੈਗਾ, ਮੈਂ ਬਹੁਤ ਪਰੇਸ਼ਾਨ ਹਾਂ। ਤਾਂ ਪਰੇਸ਼ਾਨੀਆਂ ਦੇ ਕਾਰਨ ਬਹੁਤ ਜ਼ਿਆਦਾ ਨੇ ਤਾਂ ਜੋ ਮੈਂ ਸਮਝਦਾ ਆਪਣੇ ਤਜਰਬੇ ਨਾਲ ਲੋਕਾਂ ਨਾਲ ਗੱਲ ਕਰਕੇ ਕਿ ਬੰਦਾ ਆਪ ਆਪਣੀ ਪਰੇਸ਼ਾਨੀ ਨੂੰ ਹੀ ਜਨਮ ਦੇ ਰਿਹਾ ਹੈਗਾ, ਆਪ ਹੀ ਉਹ ਜਨਮਦਾਤਾ ਹੈ ਆਪਣੇ ਸਟ੍ਰੈਸ ਦਾ, ਆਪਣੇ ਪਰੇਸ਼ਾਨੀ ਦਾ। ਤਾਂ ਜੇ ਉਹ ਆਪ ਚਾਹੇ ਤਾਂ ਇਹਨਾਂ ਨਾਲ ਲੜ ਸਕਦਾ ਹੈ। ਡਾਕਟਰ ਸਾਹਿਬ, ਜਿਵੇਂ ਤੁਸੀਂ ਕਹਿੰਦੇ ਵੀ ਆਪ ਜ਼ਿਆਦਾਤਰ ਜ਼ਿੰਮੇਵਾਰ ਨੇ ਲੋਕ, ਤੇ ਇਹਦਾ ਕਾਰਨ ਕੀ ਆ ਤੇ ਇਹਨਾਂ ਦੇ ਲੱਛਣ ਕੀ ਨੇ ਤੇ ਇਹਨਾਂ ਦੇ ਇਲਾਜ ਕੀ ਨੇ, ਮਤਲਬ ਕਿਹੜੀਆਂ ਇਹਨਾਂ ਦੀਆਂ ਨਿਸ਼ਾਨੀਆਂ ਨੇ, ਸਾਰਾ ਕੁਝ ਸਰੋਤਿਆਂ ਨੂੰ ਦੱਸਿਆ ਜਾਵੇ।
ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਕੁਝ ਗੱਲਾਂ ਬੜੀ ਜਿਹੜੀ ਅਹਿਮ ਮੈਨੂੰ ਲੱਗਦੀਆਂ ਨੇ ਜ਼ਰੂਰੀ, ਜਿਹੜਾ ਕਿ ਸਟ੍ਰੈਸ ਅਤੇ ਮਾਨਸਿਕ ਰੋਗ ਦਾ ਕਾਰਨ ਬਣ ਰਹੀ ਹੈ। ਪਹਿਲੀ ਸਭ ਤੋਂ ਇੰਪੋਰਟੈਂਟ ਗੱਲ ਹੈ, ਦੇਖੋ ਅਸੀਂ ਸਾਰੇ ਇਨਸਾਨ ਹੈ, ਸਾਰਿਆਂ ਦਾ ਸਾਡਾ ਇੱਕ ਲਾਈਫ ਦਾ ਸਰਕਲ ਹੈ। ਉਸ ਸਰਕਲ ਦੇ ਵਿੱਚ ਪਰਿਵਾਰ ਆਉਂਦਾ, ਰਿਸ਼ਤੇਦਾਰ ਆਉਂਦੇ ਨੇ, ਤਿਉਹਾਰ ਹੁੰਦੇ ਨੇ, ਸਾਡਾ ਆਪਣਾ ਸੱਭਿਆਚਾਰ ਹੈ, ਆਪਣਾ ਪ੍ਰੋਫੈਸ਼ਨ ਹੈ, ਪੈਸਾ ਵੀ ਹੈ, ਸਿਹਤ ਵੀ ਹੈ, ਧਰਮ ਵੀ ਹੈ ਅਤੇ ਸਪਿਰਿਚੁਅਲਿਟੀ ਵੀ ਹੈ। ਇਹ ਸਾਰਾ ਕੁਝ ਮਿਲਾ ਕੇ ਇੱਕ ਵੱਡਾ ਸਰਕਲ ਬਣਦਾ ਹੈ, ਜਿਹਦੇ ਵਿੱਚ ਅਸੀਂ ਸਾਰੇ ਵਿਚਰਦੇ ਹਾਂ ਤਾਂ ਅਸੀਂ ਸਾਰੇ ਸਾਹ ਲੈਂਦੇ ਨੇ। ਪ੍ਰੋਬਲਮ ਕਿੱਥੇ ਆਉਂਦੀ ਹੈ? ਸਭ ਤੋਂ ਵੱਡੀ ਪ੍ਰੋਬਲਮ ਇਹ ਆਉਂਦੀ ਹੈ ਕਿ ਅਸੀਂ ਉਸ ਸਰਕਲ ਦੇ ਵਿੱਚ ਕਿਸੇ ਇੱਕ ਬਿੰਦੂ 'ਤੇ ਜ਼ਰੂਰਤ ਤੋਂ ਜ਼ਿਆਦਾ ਪ੍ਰਕਾਸ਼ ਪਾ ਦਿੰਦੇ ਨੇ। ਜਿਵੇਂ ਕਿ ਕੋਈ ਪੈਸੇ ਨੂੰ ਲੈ ਕੇ ਹੀ ਉਹਦੇ ਮਗਰ ਭੱਜਦਾ ਰਹਿੰਦਾ ਹੈ, ਕੋਈ ਅਹੁਦੇ ਨੂੰ ਲੈ ਕੇ ਉਹਦੇ ਮਗਰ ਭੱਜਦਾ ਰਹਿੰਦਾ ਹੈ, ਕੋਈ ਕਿਸੇ ਰਿਸ਼ਤੇਦਾਰ ਦੇ ਮਗਰ ਹੀ ਭੱਜਿਆ ਰਹਿੰਦਾ ਹੈ, ਕੋਈ ਕਹਿੰਦਾ ਮੇਰਾ ਸੁੱਖ ਤਾਂ ਸਿਰਫ ਤਾਂ ਹੀ ਹੈ ਜਦੋਂ ਮੇਰੇ ਬੱਚੇ ਮੈਨੂੰ ਪੁੱਛਣਗੇ, ਕੋਈ ਸਿਰਫ 24 ਘੰਟੇ ਸਿਹਤ ਦੇ ਮਗਰ ਲੱਗਿਆ ਰਹਿੰਦਾ ਹੈ। ਅਤੇ ਕਿਸੇ ਵੀ ਇਹਨਾਂ ਵਿੱਚੋਂ ਕਿਸੇ ਵੀ ਇੱਕ ਬਿੰਦੂ 'ਤੇ ਜ਼ਰੂਰਤ ਤੋਂ ਜ਼ਿਆਦਾ ਧਿਆਨ ਭਟਕਾ ਲੈਣਾ ਅਤੇ ਬਾਕੀ ਬਿੰਦੂਆਂ ਨੂੰ ਦਰਕਿਨਾਰ ਕਰ ਦੇਣਾ ਸਾਡੇ ਸਟ੍ਰੈਸ ਦਾ ਕਾਰਨ ਬਣਦਾ ਹੈ। ਤੁਸੀਂ ਬਿੱਲਾ ਜੀ ਮੇਰੇ ਨਾਲ ਸਹਿਮਤ ਹੋਗੇ ਕਿ ਪੁਰਾਣੇ ਜ਼ਮਾਨੇ 'ਚ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਹਰ ਚੀਜ਼ ਨੂੰ ਇੱਕ ਜਿੰਨੀ ਕਿ ਲੋੜ ਮੁਤਾਬਕ ਉਸ ਚੀਜ਼ ਨੂੰ ਇੱਕ ਤਰਜੀਹ ਦੇਣੀ ਹੈ ਉਹ ਦਿੰਦੇ ਸੀਗੇ। ਸਿਹਤ ਦਾ ਖਿਆਲ ਰੱਖਦੇ ਸੀ, ਕੰਮ ਕਿੰਨਾ ਕਰਨਾ ਉਹ ਵੀ ਧਿਆਨ ਰੱਖਦੇ ਸੀਗੇ, ਰਿਸ਼ਤੇਦਾਰੀ 'ਚ ਜਾਣਾ ਉਹ ਵੀ ਜ਼ਰੂਰੀ ਸਮਝਦੇ ਸੀਗੇ, ਪੈਸਾ ਕਿੰਨਾ ਕਮਾਉਣਾ ਉਹ ਇੱਕ ਹੱਦ ਤੱਕ ਰੱਖਦੇ ਸੀਗੇ। ਜਦੋਂ ਆਪਾਂ ਕਿਸੇ ਇੱਕ ਚੀਜ਼ ਨੂੰ ਲੈ ਕੇ ਆਪਣੀ ਹੱਦ ਤੋਂ ਬਾਹਰ ਹੋ ਜਾਂਦੇ ਹਾਂ ਫਿਰ ਅਸੀਂ ਪਰੇਸ਼ਾਨ ਹੋ ਜਾਂਦੇ ਨੇ। ਸਰ ਇਹਨਾਂ ਪਰੇਸ਼ਾਨੀਆਂ ਦੇ ਇਲਾਜ ਲਈ ਕੀ ਕਰਨਾ ਜ਼ਰੂਰੀ ਹੈ, ਜਾਂ ਇਹਨਾਂ ਤੋਂ ਬਚਣ ਲਈ ਕੀ ਜ਼ਰੂਰੀ ਆ, ਜਾਂ ਇਹਨਾਂ ਦੀਆਂ ਲੱਛਣ ਕੀ ਨੇ, ਨਿਸ਼ਾਨੀਆਂ ਹੋਰ ਕੀ ਨੇ? ਦੇਖੋ ਸਭ ਤੋਂ ਪਹਿਲਾਂ ਜਿਵੇਂ ਇਹਦੇ ਆਪਾਂ ਲੱਛਣ ਦੀ ਗੱਲ ਕਰੀਏ, ਨਿਸ਼ਾਨੀਆਂ, ਤਾਂ ਕੀ ਹੋਊਗਾ ਕਿ ਬੰਦਾ 24 ਘੰਟੇ ਟੈਨਸ਼ਨ 'ਚ ਰਹੇਗਾ, ਦੁਖੀ ਰਹੇਗਾ, ਉਦਾਸ ਰਹੇਗਾ, ਉਹਦੇ ਮਨ ਦੇ ਅੰਦਰ ਨਕਾਰਾਤਮਕ ਚੀਜ਼ਾਂ ਆਉਣਗੀਆਂ, ਜਦੋਂ ਵੀ ਗੱਲ ਕਰੂਗਾ ਨੈਗੇਟਿਵ ਕਰੇਗਾ, ਉਹਦੀ ਨੀਂਦ ਡਿਸਟਰਬ ਹੋ ਜਾਏਗੀ, ਉਹਨੂੰ ਹੌਲ ਪੈਣੇ ਸ਼ੁਰੂ ਹੋ ਜਾਣਗੇ, ਉਹ ਕਿਤੇ ਵੀ ਜਾਣ ਤੋਂ ਘਬਰਾਏਗਾ, ਆਪਣੇ ਆਪ ਨੂੰ ਕਮਰੇ 'ਚ ਬੰਦ ਰੱਖੂਗਾ, ਗੱਲਬਾਤ ਨਹੀਂ ਕਰੂਗਾ। ਜਾਂ ਕੁਛ ਲੋਕ ਨਸ਼ੇ ਦਾ ਸਹਾਰਾ ਲੈ ਲੈਂਦੇ ਨੇ, ਸ਼ਰਾਬ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਨੇ, ਜਾਂ ਕੁਛ ਲੋਕ ਗੁੱਸੇ 'ਚ ਆ ਜਾਂਦੇ ਨੇ। ਹਰ ਵੇਲੇ ਤੁਸੀਂ ਦੇਖੋ ਲੋਕ ਅੱਜ ਕੱਲ੍ਹ ਗੁੱਸੇ 'ਚ ਹੀ ਰਹਿੰਦੇ ਨੇ, ਮਾੜੀ ਮਾੜੀ ਗੱਲ 'ਤੇ ਤੋੜ ਫੋੜ ਅਤੇ ਲੜਾਈ ਝਗੜਾ ਕਰਨ ਨੂੰ ਆਮਾਦਾ ਹੋ ਜਾਂਦੇ ਨੇ, ਭਰਾ ਨੂੰ ਮਾਰਨ ਨੂੰ ਤੱਕ ਆ ਜਾਂਦਾ ਹੈ। ਤਾਂ ਗੁੱਸਾ, ਲੜਾਈ ਝਗੜਾ, ਆਹ ਸਾਰੇ ਇਹਦੇ ਲੱਛਣ ਨੇ। ਤਾਂ ਇਹ ਤੋਂ ਬਚਣ ਲਈ ਜਾਂ ਤਾਂ ਤੁਸੀਂ ਪਹਿਲਾਂ ਆਪਣੇ ਪਰਿਵਾਰ ਦੇ ਵੱਡੇ ਬਜ਼ੁਰਗਾਂ ਦੀ ਸਲਾਹ ਲਓ, ਗੁਰੂਆਂ ਦੀ ਸਲਾਹ ਲਓ, ਧਰਮ ਦਾ ਸਹਾਰਾ ਲਓ, ਸਪਿਰਿਚੁਅਲਿਟੀ ਦਾ ਸਹਾਰਾ ਲਓ। ਡਾਕਟਰੀ ਇਲਾਜ ਵੀ ਜ਼ਰੂਰੀ ਹੋ ਜਾਂਦਾ ਹੈ। ਕਈ ਵਾਰੀ ਤਕਲੀਫਾਂ ਇੰਨੀਆਂ ਵੱਧ ਜਾਂਦੀਆਂ, ਲੱਛਣ ਇੰਨੇ ਜ਼ਿਆਦਾ ਹੋ ਜਾਂਦੇ ਨੇ ਕਿ ਬੰਦੇ ਦਾ ਬਿਲਕੁਲ ਹੀ ਉਹਦਾ ਦਿਨਚਰਿਆ ਹੀ ਖਤਮ ਹੋ ਜਾਂਦੀ, ਉਹ ਕੋਈ ਕੰਮ ਨਹੀਂ ਕਰ ਪਾਉਂਦਾ, ਫਿਰ ਉਹਨੂੰ ਡਾਕਟਰੀ ਇਲਾਜ ਦਾ ਸਹਾਰਾ ਲੈਣਾ ਪੜਦਾ। ਇੱਥੇ ਅਸੀਂ ਕਾਉਂਸਲਿੰਗ ਵੀ ਕਰਦੇ ਮਰੀਜ਼ਾਂ ਦੀ, ਦਵਾਈ ਵੀ ਦਿੰਦੇ, ਉਹਨਾਂ ਨੂੰ ਸਮਝਾਉਂਦੇ ਵੀ ਹੈਗੇ ਹੈ, ਉਹਨਾਂ ਟਰੀਟਮੈਂਟ ਵੀ ਕਰਦੇ ਹੈ, ਲੋੜ ਮੁਤਾਬਕ ਉਹਨਾਂ ਦੇ ਟੈਸਟ ਵੀ ਕਰਦੇ ਹੈ ਕਿ ਜਿਹਦੇ ਕਰਕੇ ਪਤਾ ਲੱਗੇ ਕਿ ਉਹਨਾਂ ਦੇ ਅੰਦਰ ਸਟ੍ਰੈਸ ਕਿੰਨਾ ਜ਼ਿਆਦਾ ਹੈਗਾ। ਤਾਂ ਬਾਕੀ ਸਾਰੀ ਯੋਗਾ ਵੀ ਕਰਾਉਂਦੇ ਹਾਂ ਅਸੀਂ, ਐਕਸਰਸਾਈਜ਼ ਵੀ ਦੱਸਦੇ ਹਾਂ। ਇਹ ਸਾਰੀਆਂ ਚੀਜ਼ਾਂ ਦੀ ਮਦਦ ਲੈ ਕੇ ਉਹ ਆਪਣੇ ਸਟ੍ਰੈਸ ਨੂੰ ਘਟਾ ਸਕਦੇ ਨੇ। ਡਾਕਟਰ ਸਾਹਿਬ ਜੀ, ਆਪਾਂ ਵੇਖਦੇ ਹਾਂ ਜਿਵੇਂ ਬਜ਼ੁਰਗਾਂ ਦੀ ਗੱਲ ਕਰੀਏ, ਬਜ਼ੁਰਗਾਂ ਵੇਲੇ ਕੋਈ ਜ਼ਿਆਦਾਤਰ ਕੋਈ ਔਰਤਾਂ ਵਾਲਾ ਠਾਣਾ ਨਹੀਂ ਵੇਖਣ ਨੂੰ ਮਿਲਦਾ ਸੀ। ਅੱਜ ਕੱਲ੍ਹ ਪਹਿਲਾਂ ਤਾਂ ਜ਼ਿਲ੍ਹੇ 'ਚ ਇੱਕ ਵੋਮਨ ਸੈੱਲ ਹੁੰਦਾ ਸੀ, ਅੱਜ ਦੀ ਘੜੀ ਤਾਂ ਥਾਣਿਆਂ ਦੇ ਵਿੱਚ ਵੋਮਨ ਸੈੱਲ ਹੋ ਗਏ। ਜ਼ਿਆਦਾਤਰ ਸੈਕਸ ਦੀ ਜਿਵੇਂ ਮਤਲਬ ਮੇਨ ਗੱਲ ਤਾਂ ਇਹ ਹੁੰਦੀ ਹੈ, ਪਰ ਬਾਅਦ ਵਿੱਚ ਕੋਈ ਦਾਜ ਦਾ ਕੋਈ ਕਿਵੇਂ ਤਰ੍ਹਾਂ ਦੇ ਇਲਜ਼ਾਮ। ਅਤੇ ਆਪ ਜੀ ਇੱਦਾਂ ਦਾ ਵੀ ਇਲਾਜ ਜ਼ਰੂਰ ਕਰਦੇ ਹੋਵੇਂਗੇ, ਉਹ ਪਤਾ ਲੱਗਿਆ ਤਾਂ? ਹਾਂਜੀ, ਦਿਮਾਗੀ ਬਿਮਾਰੀਆਂ ਦੇ ਵਿੱਚ, ਮਾਨਸਿਕ ਰੋਗਾਂ ਦੇ ਵਿੱਚ ਸੈਕਸ਼ੂਅਲ ਬਿਮਾਰੀਆਂ ਦਾ ਵੀ ਬੜਾ ਇੰਪੋਰਟੈਂਟ ਰੋਲ ਹੈ। ਦੁੱਖ ਦੀ ਗੱਲ ਇਹ ਹੈਗੀ ਹੈ ਕਿ ਦੇਖੋ ਜਿਸ ਤਰ੍ਹਾਂ ਆਪਣੇ ਲਈ ਰੋਟੀ, ਕੱਪੜਾ, ਮਕਾਨ ਆ ਸਾਰਾ ਕੁਝ ਜ਼ਰੂਰੀ ਹੈ, ਉਸ ਤਰ੍ਹਾਂ ਸੈਕਸ਼ੂਅਲ ਲਾਈਫ ਵੀ ਇੱਕ ਬੰਦੇ ਲਈ ਬਹੁਤ ਜ਼ਰੂਰੀ ਹੈ। ਪਰ ਕੁਛ ਸਮਾਜ ਦੇ ਬੰਧਨ ਹੋਣ ਕਰਕੇ, ਕੁਛ ਆਪਾਂ ਸ਼ਰਮ ਦਾ ਪਰਦਾ ਰੱਖਣ ਕਰਕੇ ਆਪਾਂ ਇਸ ਬਾਰੇ ਗੱਲ ਨਹੀਂ ਕਰਦੇ। ਲੋਕ ਜੱਗਦੇ ਨੇ ਗੱਲ ਕਰਨ ਲਈ, ਬਹੁਤ ਬੰਦੇ ਵੀ ਅਤੇ ਔਰਤਾਂ ਵੀ। ਕੋਈ ਕਦੇ ਕਿਸੇ ਨਾਲ ਗੱਲ ਨਹੀਂ ਕਰਦਾ, ਚਾਹੇ ਉਹ ਸੈਕਸ਼ੂਅਲ ਕਮਜ਼ੋਰੀ ਦੀ ਹੋਵੇ, ਚਾਹੇ ਉਹ ਸੈਕਸ਼ੂਅਲ ਨਾਖੁਸ਼ੀ ਦੀ ਹੋਵੇ, ਚਾਹੇ ਉਹ ਸੈਕਸ਼ੂਅਲ ਤਕਲੀਫਾਂ ਨੂੰ ਜਿਹੜੀਆਂ ਹੈਗੀਆਂ ਉਹ ਤਸੱਲੀ ਨਾ ਹੋਵੇ ਬੰਦੇ ਦੀ। ਉਹ ਕਿਉਂ ਨਹੀਂ ਹੁੰਦੀ? ਕਿਉਂਕਿ
ਸਾਡੇ ਵਿੱਚ ਸੈਕਸ਼ੂਅਲ ਨੌਲੇਜ ਦੀ ਕਮੀ ਹੈ। ਜਿਹੜੀ ਸਾਨੂੰ ਸੈਕਸ਼ੂਅਲ ਨੌਲੇਜ ਮਿਲਦੀ ਹੈ ਨਾ ਸਕੂਲ 'ਚ ਪੜ੍ਹਾਈ ਜਾਂਦੀ ਹੈ, ਨਾ ਕਾਲਜ 'ਚ ਇਹਦੇ ਬਾਰੇ ਕੋਈ ਗੱਲ ਕਰਦਾ ਹੈ। ਤਾਂ ਮੇਰੇ ਕੋਲ ਬਹੁਤ ਸੇ ਇਹੋ ਜਿਹੇ ਜੋੜੇ ਵੀ ਆਉਂਦੇ ਨੇ, ਵਿਆਹ ਨੂੰ 1-1 ਸਾਲ ਹੋ ਗਿਆ ਪਰ ਹਜੇ ਵਿਆਹ ਮੁਕੰਮਲ ਹੀ ਨਹੀਂ ਹੋਇਆ ਸੈਕਸ਼ੂਅਲ ਤੌਰ 'ਤੇ। ਕਿਉਂ ਨਹੀਂ ਹੋਇਆ? ਕਿਉਂਕਿ ਜਾਣਕਾਰੀ ਨਹੀਂ ਹੈ, ਪਤਾ ਹੀ ਨਹੀਂ ਲੱਗ ਰਿਹਾ, ਜਾਂ ਕੁਝ ਇਹੋ ਜਿਹੀ ਚੀਜ਼ਾਂ ਨੂੰ ਲੈ ਕੇ ਲੋਕ ਆਪਣੇ ਅੰਦਰ ਇੱਕ ਭਰਮ, ਇੱਕ ਭ੍ਰਾਂਤੀ ਪੈਦਾ ਕਰ ਲੈਂਦੇ ਕਿ ਬਈ ਆਹ ਮੈਂ ਕਰ ਲਿਆ ਤਾਂ ਮੈਨੂੰ ਇਸ ਗਲਤੀ ਦਾ ਸਜ਼ਾ ਮਿਲ ਰਹੀ ਹੈ। ਤਾਂ ਮੇਨ ਚੀਜ਼ ਹੈ ਕਿ ਜੇ ਸੈਕਸ਼ੂਅਲ ਅਵੇਅਰਨੈਸ ਕੀਤੀ ਜਾਏ, ਇਸ ਬਾਰੇ ਲੋਕਾਂ ਨਾਲ ਗੱਲ ਕੀਤੀ ਜਾਏ, ਤਾਂ ਜੋ ਅਸੀਂ ਟਰੀਟਮੈਂਟ ਵੀ ਦਿੰਦੇ ਹਾਂ, ਦਵਾਈਆਂ ਵੀ ਹੈਗੀਆਂ, ਟਰੀਟਮੈਂਟ ਵੀ ਹੈ, ਥੈਰੇਪੀ ਵੀ ਹੈ, ਉਹਨੂੰ ਸਮਝਾਉਂਦੇ ਵੀ ਹੈ, ਕਾਉਂਸਲਿੰਗ ਵੀ ਹੈ, ਸਾਡੇ ਕੋਲ ਫੀਮੇਲ ਕਾਉਂਸਲਰ ਵੀ ਹੈਗੇ ਆ, ਉਹਦੇ ਨਾਲ ਫਿਰ ਇਹ ਚੀਜ਼ਾਂ ਕਾਫੀ ਹੱਦ ਤੱਕ ਹੱਲ ਹੋ ਸਕਦੀਆਂ। ਤਾਂ ਤੁਹਾਡੀ ਗੱਲ ਸਹੀ ਹੈ, ਇੱਕ ਵੱਡਾ ਹਿੱਸਾ ਜਿਹੜਾ ਵੂਮਨ ਸੈੱਲ ਕੋਲ ਆਪਣਾ ਰੁਖ ਕਰਦਾ ਹੈ ਉਹ ਉਸ ਚੀਜ਼ ਤੋਂ ਮੁੜ ਸਕਦਾ ਹੈ। ਸਰ ਇੱਦਾਂ ਜਿਵੇਂ ਮਤਲਬ ਲੋਕ ਨਸ਼ੇ ਦਾ ਸਹਾਰਾ ਲੈਂਦੇ ਆ ਅਤੇ ਬਹੁਤ ਪਤਾ ਲੱਗਿਆ ਵੀ ਤੁਸੀਂ ਇਹੋ ਜਿਹੇ ਵੀ ਲੋਕ ਨੇ ਜਿਹੜੇ ਕਿ ਨਸ਼ੇ ਦੀ ਬਹੁਤ ਦਲਦਲ 'ਚ ਧਸ ਗਏ ਸੀ, ਜਾਣੀ ਕਿ ਚਿਰਾਗ ਘਰਾਂ ਦੇ ਬੁਝਣ ਤੋਂ ਬਚਾ ਦਿੱਤੇ ਨੇ, ਅਤੇ ਉਹਦੇ ਬਾਰੇ ਕੀ ਕਰਨਾ? ਦੇਖੋ ਜੀ, ਨਸ਼ੇ ਦੀ ਇੱਕ ਬਹੁਤ ਵੱਡੀ ਸਮੱਸਿਆ ਆਪਣੇ ਸਮਾਜ ਦੇ ਵਿੱਚ ਹੈ ਅਤੇ ਅਸੀਂ ਇਹ ਦੇਖਦੇ ਹਾਂ ਕਿ ਜਵਾਨ ਬੱਚੇ ਵੀ ਨਸ਼ੇ ਦਾ ਮੂੰਹ ਕਰਦੇ ਨੇ। ਉਹਦੇ ਲਈ ਨਾ ਕਈ ਚੀਜ਼ਾਂ ਜਿਵੇਂ ਹੁਣ ਅੱਜ ਕੱਲ੍ਹ ਚੱਲ ਹੀ ਰਹੀਆਂ ਨੇ ਕਿ ਲੋਕਾਂ ਨੂੰ ਵਧੀਆ ਐਜੂਕੇਸ਼ਨ ਮਿਲੇ, ਲੋਕ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਹੋਣ। ਜਵਾਨ ਜਨਰੇਸ਼ਨ ਨੂੰ ਚਾਹੀਦਾ ਹੈ ਕਿ ਖੇਲ ਕੂਦ 'ਤੇ ਧਿਆਨ ਦੇਣ, ਤਾਂ ਆਪਣੇ ਪਰਿਵਾਰ ਦੇ ਕੰਮ 'ਚ ਧਿਆਨ ਦੇਣ। ਜਿਹੜਾ ਬੰਦਾ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਰਹਿੰਦਾ ਹੈ ਨਾ ਜੀ, ਅਤੇ ਜਿਹੜਾ ਬੰਦਾ ਆਪਣੀ ਸਿਹਤ ਦਾ ਧਿਆਨ ਰੱਖਦਾ ਹੈ ਉਹ ਆਟੋਮੈਟਿਕਲੀ ਨਸ਼ੇ ਤੋਂ ਦੂਰ ਹੋ ਜਾਂਦਾ। ਇਹ ਜਿਹੜੀ ਇੱਕ ਜਵਾਨ ਪੀੜ੍ਹੀ ਦੇ ਅੰਦਰ ਇੱਕ ਪ੍ਰਵਿਰਤੀ ਹੋ ਗਈ ਹੈ ਵਿਹਲੇ ਰਹਿਣ ਦੀ ਕਿ ਉਹ ਡੈਡੀ ਕੋਲ ਬਥੇਰਾ ਪੈਸਾ ਹੈ, ਸਾਡੀਆਂ ਤਾਂ ਜ਼ਮੀਨਾਂ ਨੇ, ਆਹ ਜਿਹੜੀ ਇੱਕ ਮਨ ਦੇ ਅੰਦਰ ਜਵਾਨ ਪੀੜ੍ਹੀ ਦੀ ਮੈਂ ਦੇਖਦਾ ਬਹੁਤ ਜ਼ਿਆਦਾ ਇੱਕ ਵਿਚਾਰ ਆ ਗਿਆ ਹੈ। ਉਹਦਾ ਬਹੁਤ ਨੁਕਸਾਨ ਸਾਰੇ ਸਮਾਜ ਨੂੰ ਦੇਖਣਾ ਪੈ ਰਿਹਾ ਹੈ। ਕਿਉਂ? ਜ਼ਮੀਨਾਂ ਵਿਕ ਰਹੀਆਂ ਨੇ, ਲੋਕ ਬਾਹਰ ਜਾ ਰਹੇ ਨੇ, ਇੱਥੇ ਕੰਮ ਖਤਮ ਹੋ ਰਹੇ ਨੇ। ਕਿਉਂ ਹੋ ਰਹੇ ਨੇ? ਕਿਉਂਕਿ ਜਵਾਨ ਪੀੜ੍ਹੀ ਸਾਡੀ ਕੰਮ ਦੇ ਵੱਲ ਰੁਖ ਨਹੀਂ ਕਰ ਰਹੀ ਹੈ, ਉਹ ਖੇਤੀ ਵੱਲ ਇੰਨਾ ਰੁਖ ਨਹੀਂ ਕਰ ਰਹੀ ਹੈ। ਜਦ ਕਿ ਹਰ ਸਰਕਾਰ ਖੇਤੀ ਨੂੰ ਬੜਾਵਾ ਦੇਣਾ ਚਾਹੁੰਦੀ ਹੈ, ਹਰ ਸਰਕਾਰ ਦੇ ਨੁਮਾਇੰਦੇ ਹਰ ਤਰ੍ਹਾਂ ਦੀ ਨਈ ਤਕਨੀਕ ਲਿਆਉਣਾ ਚਾਹੁੰਦੇ। ਪਰ ਜੇ ਆਪਾਂ ਉੱਥੇ ਕੰਮ ਕਰੀਏ, ਐਗਰੀਕਲਚਰ 'ਤੇ ਕੰਮ ਕਰੀਏ, ਇੰਡਸਟਰੀ 'ਤੇ ਕੰਮ ਕਰੀਏ, ਐਜੂਕੇਸ਼ਨ 'ਤੇ ਕੰਮ ਕਰੀਏ, ਤਾਂ ਮੈਂ ਸਮਝਦਾ ਹੈ ਕਿ ਨਸ਼ੇ ਦੀ ਵਰਤੋਂ ਆਟੋਮੈਟਿਕਲੀ ਘੱਟ ਜਾਏਗੀ। ਨਾਲ ਦੇ ਨਾਲ ਉਹਨਾਂ ਦਾ ਇਲਾਜ ਟਾਈਮ ਰਹਿੰਦੇ ਫੈਮਿਲੀ ਮੈਂਬਰਸ, ਕਈ ਵਾਰੀ ਕੀ ਹੁੰਦਾ ਬੇਟਾ ਨਸ਼ਾ ਕਰਕੇ ਆਉਂਦਾ, ਮਾਂ ਨੂੰ ਪਤਾ ਹੁੰਦਾ ਪਰ ਉਹ ਲੁਕੋ ਲੈਂਦੀ ਹੈ ਕਿ ਡੈਡੀ ਨੂੰ ਨਹੀਂ ਦੱਸਣਾ ਹੈਗਾ ਜਾਂ ਦਾਦਾ ਜੀ ਨੂੰ ਨਹੀਂ ਦੱਸਣਾ ਹੈਗਾ। ਉਹ ਇੱਕ ਜਿਹੜੀ ਅੰਧੀ ਮਮਤਾ ਹੈਗੀ ਹੈ ਉਹ ਵੀ ਬੱਚਿਆਂ ਨੂੰ ਬਾਅਦ 'ਚ ਦਲਦਲ 'ਚ ਲੈ ਜਾਂਦੀ ਹੈ। ਤਾਂ ਮੈਂ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਇਹ ਗੁਜ਼ਾਰਿਸ਼ ਜ਼ਰੂਰ ਕਰੂੰਗਾ ਤੁਹਾਡੇ ਮਾਧਿਅਮ ਤੋਂ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਭਰਾ, ਤੁਹਾਡਾ ਬੇਟਾ, ਤੁਹਾਡਾ ਰਿਸ਼ਤੇਦਾਰ ਕੋਈ ਵੀ ਹੈ ਜੋ ਨਸ਼ੇ ਵੱਲ ਰੁਖ ਕਰ ਰਿਹਾ ਹੈ, ਉਹਨੂੰ ਉਸੇ ਸਟੇਜ 'ਤੇ, ਜੋ ਤੁਹਾਨੂੰ ਡਾਊਟ ਹੋ ਰਿਹਾ ਹੈ ਉਸੇ ਸਟੇਜ 'ਤੇ ਉਹਨੂੰ ਜਿਹੜਾ ਵੀ ਮੈਡੀਕਲ ਟਰੀਟਮੈਂਟ, ਕਾਉਂਸਲਿੰਗ, ਐਡਮਿਸ਼ਨ ਰਿਕੁਆਇਰਡ ਹੈ, ਦਾਖਲਾ ਚਾਹੀਦਾ ਹੈ, ਦਵਾਈ ਚਾਹੀਦੀ ਹੈ, ਕਾਉਂਸਲਿੰਗ ਚਾਹੀਦੀ ਹੈ, ਉਹਨੂੰ ਦਿਵਾਉਣ, ਉਹ ਜ਼ਰੂਰੀ ਹੈ। ਇਹ ਸਨ ਡਾਕਟਰ ਪਨੀਤ ਕਥੂਰੀਆ ਜੀ, ਜਿਨ੍ਹਾਂ ਨੇ ਬਰੀਕੀ ਨਾਲ ਪੂਰੀ ਜਾਣਕਾਰੀ ਦਿੱਤੀ ਹੈ ਕਿ ਨਸ਼ੇ 'ਤੇ ਕਿਉਂ ਲੱਗਦੇ ਆ ਲੋਕ, ਜਾਂ ਹੋਰ ਨੀਂਦ ਘੱਟ ਆਉਣ ਦਾ ਕਾਰਨ ਕੀ ਆ, ਉਹਦੇ ਲਈ ਕੀ ਕਰਨਾ ਚਾਹੀਦਾ, ਹੋਰ ਸਾਰੀਆਂ ਗੱਲਾਂ ਤੋਂ ਜਾਣੂ ਕਰਵਾਇਆ। ਕੈਮਰਾਮੈਨ ਮਨਦੀਪ ਸਿੰਘ ਨਾਲ ਬਿੱਲਾ ਲਸੋਈ, ਮਲੇਰਕੋਟਲਾ।